ਡਾਕਟਰ ਦਲੀਪ ਕੌਰ ਟਿਵਾਣਾ ਦੀ ਕਹਾਣੀ ਹੈ ਦੀਪਾਲੀ। ਦੀਪਾਲੀ ਕਾਲਜ ਤੋਂ ਹਾਲੇ ਵਾਪਸ ਆਈ ਸੀ ਕਿ ਜਦੋਂ ਡਾਕੀਏ ਨੇ ਬੈਲ ਮਾਰੀ। ਬਾਹਰ ਆ ਕੇ ਦੇਖਿਆ ਤਾਂ ਡਾਕੀਏ ਨੇ ਇੱਕ ਪਾਰਸਲ ਤੇ ਚਿੱਠੀ ਉਹਦੇ ਅੱਗੇ ਕਰ ਦਿੱਤੀ ਤੇ ਰਜਿਸਟਰ ਤੇ ਦਸਤਖਤ ਕਰਵਾ ਕੇ ਚਲਾ ਗਿਆ। ਪਾਰਸਲ ਉਹਨੇ ਅੰਦਰ ਮੁੜਦੀ ਨੇ ਦੇਖਿਆ ਕਿ ਰਾਹੁਲ ਵੱਲੋਂ ਜਰਮਨੀ ਤੋਂ ਆਇਆ ਸੀ। ਪਾਰਸਲ ਤੇ ਚਿੱਠੀ ਪਾਸੇ ਰੱਖ ਰਸੋਈ 'ਚੋਂ ਖਾਣਾ ਲੈਣ ਚਲੀ ਗਈ। ਵਿਦਿਆਰਥੀਆਂ ਦੇ ਆਖਣ 'ਤੇ ਅੱਜ ਉਹਨੇ ਇੱਕ ਵਾਧੂ ਪੀਰੀਅਡ ਲਿਆ ਸੀ, ਜਿਸ ਕਰਕੇ ਆਉਣ ਵਿੱਚ ਦੇਰ ਹੋ ਗਈ ਸੀ। ਉਹਨੂੰ ਬੜੀ ਭੁੱਖ ਲੱਗੀ ਸੀ। ਰੋਟੀ ਖਾਂਦੀ ਉਹ ਸੋਚ ਰਹੀ ਸੀ ਕਿ ਰਾਹੁਲ ਨੇ ਪਾਰਸਲ 'ਚ ਕੀ ਭੇਜਿਆ ਹੋਵੇਗਾ। ਸ਼ਾਇਦ ਮੇਰੇ ਲਈ, ਮੇਰੇ ਵਿਆਹ ਲਈ ਗਿਫਟ, ਸੋਚ ਕੇ ਉਹ ਮੁਸਕਰਾ ਪਈ। ਰੋਟੀ ਖਾਣ ਮਗਰੋਂ ਮਾਂ ਨੂੰ ਆਪਣੇ ਕਮਰੇ 'ਚ ਬੈਠੀ ਕੋਈ ਗ੍ਰੰਥ ਪੜ੍ਹਦੀ ਦੇਖ ਪਾਰਸਲ ਲੈ ਕੇ ਚੁੱਪਚਾਪ ਆਪਣੇ ਕਮਰੇ 'ਚ ਚਲੀ ਗਈ। ਬੈੱਡ ਉੱਪਰ ਬੈਠ ਕੇ ਕੈਂਚੀ ਨਾਲ ਕੱਪੜਾ ਕੱਟ ਕੇ ਪਾਰਸਲ ਖੋਲ੍ਹਿਆ। ਵਿੱਚੋਂ ਇੱਕ ਹਲਕਾ ਜਿਹਾ ਡੱਬਾ ਨਿਕਲਿਆ। ਡੱਬੇ 'ਚ ਕਈ ਸਫ਼ਿਆਂ ਦੀ ਇੱਕ ਚਿੱਠੀ ਸੀ। ਇੱਕ ਕ੍ਰਿਸਟਲ ਦਾ ਜਿਹੜਾ ਗਿਫਟ ਭੇਜਿਆ ਗਿਆ ਸੀ, ਰਾਹ 'ਚ ਹੀ ਟੁੱਟ ਗਿਆ ਸੀ ਤੇ ਉਹਦੇ ਸੈਂਕੜੇ ਟੁਕੜੇ ਹੋ ਗਏ ਸਨ। ਸਫੈਦ ਕ੍ਰਿਸਟਲ ਦੇ ਟੁਕੜਿਆਂ 'ਤੇ ਹੱਥ ਫੇਰਨ ਮਗਰੋਂ ਚਿੱਠੀ ਕੱਢ ਲਈ, ਪੜ੍ਹਨ ਲੱਗੀ। ਚਿੱਠੀ ਰਾਹੁਲ ਵੱਲੋਂ ਸੀ। ਲਿਖਿਆ ਸੀ, ਦੀਪਾਲੀ, ਬਹੁਤ ਵਰ੍ਹੇ ਪਹਿਲਾਂ ਮੇਰੀ ਵੀ ਇੱਕ ਨਿੱਕੀ ਜਿਹੀ, ਸ਼ਾਇਦ 5-6 ਵਰ੍ਹਿਆਂ ਦੀ ਭੈਣ ਹੁੰਦੀ ਸੀ, ਜਿਹਦਾ ਨਾਂ ਦੀਪਾ ਸੀ, ਜਿਹਦੀਆਂ ਮੈਨੂੰ ਸਿਰਫ 2 ਹੀ ਗੱਲਾਂ ਯਾਦ ਨੇ। ਉਹ ਮੈਨੂੰ ਪੁੱਛਦੀ ਹੁੰਦੀ ਸੀ, ਰਾਹੁਲ ਭਈਆ, ਦੀਪਾ ਸੁੱਤੀ ਕਿ ਜਾਗਦੀ, ਜਾਂ ਰਾਹੁਲ ਭਈਆ ਸੁੱਤਾ ਕਿ ਜਾਗਦਾ, ਤੇ ਮੈਨੂੰ ਉਹਦੀ ਇਸ ਗੱਲ ਦੀ ਕਦੇ ਸਮਝ ਨਹੀਂ ਲੱਗੀ। ਫਿਰ ਇੱਕ ਦਿਨ ਉਹਨੂੰ ਤਈਆ ਤਾਪ ਚੜ੍ਹਿਆ, ਜਿਹੜਾ ਨਾਲ ਹੀ ਲੈ ਗਿਆ। ਪਿਤਾ ਜੀ ਆਖਦੇ ਸਨ ਉਹਦਾ ਸਾਡੇ ਨਾਲ ਬਸ ਇੰਨਾ ਹੀ ਸੰਬੰਧ ਸੀ। ਦੀਪਾਲੀ, ਮੈਨੂੰ ਉਹ ਬੜੀ ਵਾਰੀ ਯਾਦ ਆਈ ਹੈ। ਤੈਨੂੰ ਦੇਖਣ ਮਗਰੋਂ ਮੈਨੂੰ ਲੱਗਿਆ ਸੀ ਜੇ ਅੱਜ ਦੀਪਾ ਜਿਉਂਦੀ ਹੁੰਦੀ ਉਹਨੇ ਤੇਰੇ ਵਰਗੀ ਤੇ ਤੇਰੀ ਜਿੱਡੀ ਹੋਣਾ ਸੀ। ਦੀਪਾਲੀ, ਅੱਜ ਮੈਂ ਤੈਨੂੰ ਦੀਪਾ ਦੀ ਨਹੀਂ, ਆਪਣੀ ਕਥਾ ਸੁਣਾ ਰਿਹਾ। ਛੋਟੇ ਜਿਹੇ ਕਸਬੇ 'ਚ ਅਸੀਂ ਰਹਿੰਦੇ ਸੀ। ਪਿਤਾ ਜੀ ਸੰਸਕ੍ਰਿਤ ਦੇ ਬੜੇ ਵੱਡੇ ਵਿਦਵਾਨ ਸਨ। ਤੂੰ ਸੁਣ ਕੇ ਹੈਰਾਨ ਹੋਏਂਗੀ ਕਿ ਉਹਨਾਂ ਨੇ ਸਾਰੀ ਮਹਾਭਾਰਤ ਨੂੰ ਇੱਕ ਸਿੰਬੋਲਿਕ ਕਥਾ ਆਖ ਕੇ ਨਵੇਂ ਅਰਥ ਦੇ ਦਿੱਤੇ ਸਨ। ਉਦਾਹਰਨ ਲਈ ਉਹ ਆਖਦੇ ਸਨ ਕਿ ਦ੍ਰੋਪਦੀ ਦੇ 5 ਮਾਲਕ ਹੁੰਦੇ ਸਨ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹਨਾਂ ਅਨੁਸਾਰ ਹੀ ਦ੍ਰੋਪਦੀ ਦੇ ਪਤੀਆਂ ਦਾ ਆਚਰਣ ਵਿਚਰਨ ਸੀ। ਫਿਰ ਉਹਨਾਂ ਨੇ ਇੱਕ ਥਾਂ ਲਿਖਿਆ ਸੀ ਕਿ ਕੁਰੂਕਸ਼ੇਤਰ 'ਚ ਯੁੱਧ ਦੇ ਮੈਦਾਨ ਅੰਦਰ ਜਦੋਂ ਅਰਜਨ ਨੇ ਯੁੱਧ ਕਰਨ ਤੋਂ ਨਾਂਹ ਕਰ ਦਿੱਤੀ ਤੇ ਕ੍ਰਿਸ਼ਨ ਨੂੰ ਆਖਿਆ ਕਿ ਮੈਂ ਆਪਣਿਆਂ ਦੀ ਹੱਤਿਆ ਨਹੀਂ ਕਰ ਸਕਦਾ, ਤਾਂ ਕ੍ਰਿਸ਼ਨ ਨੇ ਮੂੰਹ ਖੋਲ੍ਹ ਕੇ ਅਰਜਨ ਨੂੰ ਵਿਖਾਇਆ ਕਿ ਉਹ ਸਭ ਤਾਂ ਪਹਿਲਾਂ ਹੀ ਮਰ ਚੁੱਕੇ ਹਨ। ਇਸ ਗੱਲ ਦੀ ਵਿਆਖਿਆ ਪਿਤਾ ਜੀ ਨੇ ਕੀਤੀ ਕਿ ਕ੍ਰਿਸ਼ਨ ਨੇ ਅਰਜਨ ਨੂੰ ਉਹ ਮਰੇ ਹੋਏ ਲੋਕ ਦਿਖਾ ਕੇ ਉਹਨੂੰ ਇਹ ਸਮਝਾਇਆ ਕਿ ਉਹ ਸਭ ਜਿਹੜੇ ਧਰਮ ਦਾ ਰਾਹ ਛੱਡ ਕੇ ਦੂਜੇ ਪਾਸੇ ਜਾ ਰਲੇ ਨੇ, ਉਹ ਤਾਂ ਪਹਿਲਾਂ ਹੀ ਮਰ ਗਏ ਨੇ। ਪਿਤਾ ਜੀ ਦੀ ਇਹ ਨਵੀਂ ਵਿਆਖਿਆ 20-25 ਵਾਲੀਅਮ ਟੱਪ ਗਈ ਸੀ, ਪਰ ਕੌਣ ਛਾਪੇ? ਪਬਲਿਸ਼ਰ ਤਾਂ ਨਿਰੋਲ ਦੁਕਾਨਦਾਰ ਹੁੰਦੇ ਨੇ। ਪਿਤਾ ਜੀ ਜਾਣਦੇ ਸਨ ਕਿ ਉਹਨਾਂ ਦੇ 3 ਬੇਟਿਆਂ 'ਚੋਂ ਕੋਈ ਇੱਕ ਤਾਂ ਉਹਨਾਂ ਦਾ ਵਾਰਸ ਬਣੇ ਤੇ ਇਸ ਸਾਰੇ ਕਾਸੇ ਨੂੰ ਸੰਭਾਲੇ, ਪਰ ਮੇਰੇ ਦੋਵੇਂ ਭਰਾ ਆਖਦੇ ਸਨ ਕਿ ਅੱਜ ਦੇ ਸਮੇਂ 'ਚ ਸੰਸਕ੍ਰਿਤ ਦੀ ਪੜ੍ਹਾਈ ਕਿਸੇ ਨੂੰ ਰੋਟੀ ਨਹੀਂ ਦੇ ਸਕਦੀ। ਇਸੇ ਲਈ ਇੱਕ ਡਾਕਟਰ ਬਣ ਗਿਆ, ਦੂਜਾ PCS ਅਫਸਰ। ਮੈਨੂੰ ਪਿਤਾ ਜੀ 'ਤੇ ਬੜਾ ਤਰਸ ਆਉਂਦਾ। ਮੈਂ ਫੈਸਲਾ ਕਰ ਲਿਆ, ਕੁਝ ਵੀ ਹੋਏ ਮੈਂ ਸੰਸਕ੍ਰਿਤ ਪੜ੍ਹਾਂਗਾ। BA ਕਰਨ ਮਗਰੋਂ ਸੀਮਤ ਜਿਹੇ ਸਾਧਨਾਂ ਦੇ ਬਾਵਜੂਦ ਪਿਤਾ ਜੀ ਨੇ ਮੈਨੂੰ ਸੰਸਕ੍ਰਿਤ ਦੀ MA ਲਈ ਚੰਡੀਗੜ੍ਹ ਭੇਜ ਦਿੱਤਾ ਤੇ ਨਾਲ ਹੀ ਤੇਰੇ ਪਿਤਾ ਜੀ ਲਈ ਇੱਕ ਖੱਤ ਦੇ ਦਿੱਤਾ ਕਿ ਚੰਡੀਗੜ੍ਹ 'ਚ ਉਹ ਮੇਰਾ ਖਿਆਲ ਰੱਖਣ। ਪਹਿਲੀ ਵਾਰੀ ਜਦ ਮੈਂ ਤੁਹਾਡੇ ਘਰ ਗਿਆ ਸੀ ਤਾਂ ਮੈਨੂੰ ਦੀਪਾ ਯਾਦ ਆਈ ਸੀ। ਜੇ ਅੱਜ ਜਿਉਂਦੀ ਹੁੰਦੀ ਉਹਨੇ ਦੀਪਾਲੀ ਵਰਗੀ ਹੋਣਾ ਸੀ। ਚੰਡੀਗੜ੍ਹ ਮੈਂ ਤਰ੍ਹਾਂ ਦੇ ਲੋਕਾਂ ਨੂੰ ਮਿਲਿਆ, ਪਰ ਮਨ ਲਾ ਕੇ ਸੰਸਕ੍ਰਿਤ ਹੀ ਪੜ੍ਹੀ। MA 'ਚ ਮੈਂ ਯੂਨੀਵਰਸਿਟੀ 'ਚ ਫਸਟ ਰਿਹਾ। ਮੇਰਾ ਨਤੀਜਾ ਸੁਣ ਕੇ ਪਿਤਾ ਜੀ ਦੀਆਂ ਅੱਖਾਂ 'ਚ ਜਿਹੜੀ ਚਮਕ ਆਈ ਸੀ, ਦੱਸ ਨਹੀਂ ਸਕਦਾ। ਰਿਸਰਚ ਕਰਨ ਲਈ ਮੈਨੂੰ ਵਜ਼ੀਫਾ ਮਿਲ ਗਿਆ ਸੀ ਤੇ ਮੈਂ ਦਿੱਲੀ ਆ ਗਿਆ ਸੀ। ਰਿਸਰਚ ਸ਼ੁਰੂ ਕਰ ਦਿੱਤੀ। ਰਹਿਣ ਲਈ ਆਪ ਇੰਤਜ਼ਾਮ ਕਰਨਾ ਪਿਆ। ਇੱਕ ਘਰ ਦੀ ਪਰਛੱਤੀ 'ਚ ਮੈਨੂੰ ਰਹਿਣ ਲਈ ਥਾਂ ਮਿਲ ਗਈ। ਉੱਥੇ ਹੀ ਸਟੋਵ ਰੱਖ ਕੇ ਮੈਂ ਰੋਟੀ ਬਣਾ ਲੈਂਦਾ ਸੀ। ਰੋਟੀ ਵੀ ਕੀ, 8 ਪਹਿਰੀਂ ਭੋਜਨ ਕਰਨਾ, 8 ਪਹਿਰੀਂ ਸਾਤਵਿਕ ਭੋਜਨ ਕਰਨਾ, ਕਦੇ ਖਿਚੜੀ, ਕਦੇ ਦਲੀਆ, ਕਦੇ ਖੀਰ। ਇਹ ਮਕਾਨ ਜਿਹਦੀ 3ਜੀ ਮੰਜ਼ਿਲ 'ਤੇ ਪਰਛੱਤੀ ਸੀ, ਇੱਕ ਕਾਮਯਾਬ ਕਾਰੋਬਾਰੀ ਔਰਤ ਦਾ ਸੀ। ਬੱਚੇ ਉਹਦੇ ਦੋਵੇਂ ਕਿਸੇ ਬਾਹਰਲੇ ਮੁਲਕ 'ਚ ਪੜ੍ਹਦੇ ਸਨ। ਪਤੀ ਉਹਦਾ ਮਰ ਗਿਆ ਜਾਂ ਛੱਡ ਦਿੱਤਾ ਸੀ। ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ, ਕਿਉਂਕਿ ਨਾ ਕਿਸੇ ਨੇ ਉਹਨੂੰ ਦੇਖਿਆ ਸੀ, ਨਾ ਹੀ ਉਹਦਾ ਕਿਤੇ ਜ਼ਿਕਰ ਹੁੰਦਾ ਸੀ। ਉਹ ਔਰਤ ਉਂਝ ਬੜੀ ਸੋਸ਼ਲ ਸੀ ਤੇ ਪਹੁੰਚ ਵਾਲੀ ਸੀ। ਕਿੰਨੇ ਹੀ ਲੋਕ ਉਹਦੇ ਘਰ ਆਉਂਦੇ ਜਾਂਦੇ ਸਨ। ਪਤਾ ਨਹੀਂ ਕਿਸ ਤਰ੍ਹਾਂ ਔਰਤ ਮੇਰੇ 'ਤੇ ਬੜੀ ਮਿਹਰਬਾਨ ਹੋ ਗਈ। ਸ਼ਾਇਦ ਗਰੀਬ ਬ੍ਰਾਹਮਣ ਦਾ ਪੁੱਤਰ ਜਾਣ ਕੇ।
ਪਤਾ ਨਹੀਂ ਮਜ਼ਾਕ ਨਾਲ ਜਾਂ ਉਂਝ ਹੀ ਮੈਨੂੰ ਪੰਡਤ ਜੀ ਆ ਕੇ ਬੁਲਾਉਣ ਲੱਗ ਪਈ। ਸ਼ਰਾਧਾਂ ਦੇ ਦਿਨਾਂ 'ਚ ਉਹਨੇ ਚੋਖਾ ਸਿੱਧਾ ਪੱਤਾ ਭਜਵਾ ਦਿੱਤਾ ਤੇ ਆਖਣ ਲੱਗੀ ਕਿ ਨਜ਼ਮਾਂ ਦੇ ਹੱਥ ਦਾ ਪੱਕਿਆ ਤਾਂ ਤੁਸੀਂ ਖਾਣਾ ਨਹੀਂ ਸੀ ਤੇ ਮੈਂ ਆਪਣੇ ਜਿਉਂਦਿਆਂ ਮਰਿਆਂ ਸਭਨਾਂ ਦੇ ਹੀ ਸ਼ਰਾਧ ਕਰਨੇ ਸੀ। ਮਗਰ ਉਹਨੇ ਨਿੱਕੀਆਂ ਮੋਟੀਆਂ ਹੋਰ ਵੀ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਪਰਛੱਤੀ ਦਾ ਕਿਰਾਇਆ ਵੀ ਰਹਿਣ ਦਿੱਤਾ ਜਾਂ ਕਦੇ-ਕਦੇ ਫਰੂਟ ਭਿਜਵਾ ਦੇਣੇ। 1 ਸਾਲ ਵੀ ਨਹੀਂ ਸੀ ਹੋਇਆ ਮੈਨੂੰ ਇੱਥੇ ਰਹਿੰਦਿਆਂ ਜਦੋਂ ਉਹਨੂੰ ਪਤਾ ਲੱਗਾ ਕਿ ਯੂਨੀਵਰਸਿਟੀ ਦੀਆਂ 1-2 ਕੁੜੀਆਂ ਮੇਰੇ ਬਾਰੇ ਉਸ ਕੋਲੋਂ ਪੁੱਛਦੀਆਂ ਸਨ। ਫਿਰ ਪਤਾ ਨਹੀਂ ਉਹਦੇ ਜੀਅ 'ਚ ਕੀ ਆਇਆ। ਉਹਨੇ ਮੈਨੂੰ ਆਖਿਆ ਕਿ ਅਸਲੀ ਸੰਸਕ੍ਰਿਤ ਦੀ ਪੜ੍ਹਾਈ ਜਰਮਨੀ 'ਚ ਹੀ ਹੋ ਸਕਦੀ ਹੈ। ਪੰਡਤ ਜੀ, ਜੇ ਤੁਸੀਂ ਆਖੋ ਵਜ਼ੀਫਾ ਦਿਲਵਾ ਕੇ ਉੱਥੇ ਭਿਜਵਾ ਦਿਆਂ। ਇਹ ਕਾਮਯਾਬ ਕਾਰੋਬਾਰੀ ਔਰਤ ਐਡੀ ਪਹੁੰਚ ਵਾਲੀ ਹੈ, ਜਾਣ ਕੇ ਮੈਨੂੰ ਹੈਰਾਨੀ ਹੋਈ। ਮੈਂ ਪਿਤਾ ਜੀ ਨੂੰ ਦੱਸਿਆ ਤਾਂ ਆਪ ਚੱਲ ਕੇ ਉਹਦਾ ਧੰਨਵਾਦ ਕਰਨ ਆਏ। ਮੈਂ ਜਰਮਨੀ ਪਹੁੰਚ ਗਿਆ। ਯੂਨੀਵਰਸਿਟੀ 'ਚ ਮੇਰੇ ਖਾਣ ਪੀਣ, ਰਹਿਣ ਤੇ ਇੱਕ ਵੱਡੇ ਵਿਦਵਾਨ ਨਾਲ ਰਿਸਰਚ ਕਰਨ ਦਾ ਪ੍ਰਬੰਧ ਹੋ ਗਿਆ। ਮੈਂ ਖੁਸ਼ ਸੀ ਤੇ ਪਿਤਾ ਜੀ ਦੇ ਵੀ ਭੋਏ 'ਤੇ ਕਿਹੜਾ ਪੈਰ ਲੱਗਦੇ ਸਨ। ਇਹ ਤਾਂ ਮੈਨੂੰ ਕਈ ਮਹੀਨਿਆਂ ਮਗਰੋਂ ਪਤਾ ਲੱਗਿਆ ਜਦੋਂ ਕਾਮਯਾਬ ਔਰਤ 1 ਮਹੀਨੇ ਦੀਆਂ ਛੁੱਟੀਆਂ ਕੱਟਣ ਜਰਮਨ ਆਈ। ਉਹ ਇੱਕ ਸ਼ਾਨਦਾਰ ਹੋਟਲ 'ਚ ਰਹਿਣ ਲੱਗੀ। ਉਹਨੇ ਮੈਨੂੰ ਬੁਲਾ ਕੇ ਆਖਿਆ ਕਿ ਇਹ ਮਹੀਨਾ ਪੰਡਤ ਜੀ ਤੁਸੀਂ ਮੈਨੂੰ ਘੁਮਾਓ ਫਿਰਾਓਗੇ। ਮੈਂ ਉਹਦੇ ਅਹਿਸਾਨਾਂ ਥੱਲੇ ਦੱਬਿਆ ਹੋਇਆ ਸੀ, ਨਾ ਕਿਵੇਂ ਕਰਦਾ। ਹੌਲੀ-ਹੌਲੀ ਉਹਨੂੰ ਨੇੜੇ ਆਉਂਦੀ ਦੇਖ ਘਬਰਾ ਗਿਆ। ਮੈਨੂੰ ਲੱਗਿਆ ਕਿ ਉਸ ਔਰਤ ਨੇ ਮੈਨੂੰ ਜਰਮਨੀ ਇਸ ਲਈ ਭਿਜਵਾਇਆ ਸੀ ਕਿ ਉਹ ਮੈਨੂੰ ਆਪਣੇ ਲਈ ਰਾਖਵਾਂ ਕਰ ਲੈਣਾ ਚਾਹੁੰਦੀ ਸੀ। ਮੈਂ ਬਹੁਤ ਭਿਆਨਕ ਸੰਕਟ 'ਚ ਫਸ ਗਿਆ ਸੀ। ਮੈਂ ਰੱਬ ਦਾ ਬੜਾ ਸ਼ੁਕਰ ਕੀਤਾ ਕਿ ਇੰਡੀਆ ਤੋਂ ਉਹਦੇ ਬੇਟੇ ਦਾ ਸੁਨੇਹਾ ਆ ਗਿਆ ਕਿ ਮੈਂ ਮਾਂ ਤੈਨੂੰ ਲੈਣ ਆਇਆ। ਅਗਲੇ ਮਹੀਨੇ ਅਮਰੀਕਾ 'ਚ ਮੇਰੀ ਸ਼ਾਦੀ ਹੈ। ਪਹਿਲਾਂ ਉਹ ਬੜੀ ਛਟਪਟਾਈ, ਪਤਾ ਨਹੀਂ ਉੱਥੋਂ ਵਾਪਸ ਜਾਣ ਲਈ ਜਾਂ ਉਹਦੇ ਬੇਟੇ ਨੇ ਬਿਨਾਂ ਉਹ ਤੋਂ ਪੁੱਛਿਆਂ ਸ਼ਾਦੀ ਤੈਅ ਕਰ ਲਈ ਸੀ। ਫਿਰ ਉਹਨੇ ਆਪਣੇ ਆਪ ਨੂੰ ਕਿਵੇਂ ਸਮਝਾ ਲਿਆ ਕਿ ਵਾਪਸ ਚਲੀ ਗਈ। ਜਾਣ ਵੇਲੇ ਮੈਨੂੰ ਆਖਣ ਲੱਗੀ ਕਿ ਪੰਡਤ ਜੀ, ਇਸ ਵਾਰੀ ਤਾਂ ਬਚ ਗਏ, ਅਗਲੀ ਵਾਰ ਨਹੀਂ ਬਚੋਗੇ। ਮੈਨੂੰ ਉਹਦੀ ਗੱਲ ਸਮਝ ਨਾ ਲੱਗੀ। ਮੈਂ ਬਹੁਤ ਡਰ ਗਿਆ। ਇਹਨਾਂ ਦਿਨਾਂ 'ਚ ਮੇਰੇ ਨਾਲ ਪੜ੍ਹਦੀ ਇੱਕ ਕੁੜੀ ਨੇ ਮਜ਼ਾਕ ਨਾਲ ਦੱਸਿਆ ਕਿ ਸਾਡੇ ਪਿੰਡ ਦੇ ਸਕੂਲ ਲਈ ਇੱਕ ਸੰਸਕ੍ਰਿਤ ਦੇ ਮਾਸਟਰ ਦੀ ਲੋੜ ਹੈ, ਕਰਨੀ ਹੈ ਨੌਕਰੀ। ਮੈਂ ਯੂਨੀਵਰਸਿਟੀ ਛੱਡ ਕੇ ਦੂਰ ਪਿੰਡ ਦੀ ਨੌਕਰੀ ਕਰਨ ਚਲਾ ਗਿਆ। ਨਾ ਮੈਂ ਪਿਤਾ ਜੀ ਨੂੰ ਤੇ ਨਾ ਹੀ ਉਸ ਔਰਤ ਨੂੰ ਤੇ ਨਾ ਹੀ ਯੂਨੀਵਰਸਿਟੀ ਨੂੰ ਦੱਸਿਆ। ਯੂਨੀਵਰਸਿਟੀ ਤੋਂ 1 ਸਾਲ ਦੀ ਛੁੱਟੀ ਲੈ ਲਈ। ਯੂਨੀਵਰਸਿਟੀ 'ਚ ਪੜ੍ਹਦੀ ਸਹਿ ਪਾਠਣ ਨੇ ਪਿੰਡ ਦੇ ਮਾਸਟਰ ਦੀ ਨੌਕਰੀ ਦਿਲਵਾ ਦਿੱਤੀ। ਬਾਕੀ ਇੰਤਜ਼ਾਮ ਮੈਂ ਆਪ ਕਰ ਲਏ। ਹੁਣ ਤੱਕ ਮੈਨੂੰ ਜਰਮਨ ਭਾਸ਼ਾ 'ਚ ਗੱਲਬਾਤ ਕਰਨੀ ਆ ਗਈ। ਇੱਥੇ ਰਹਿੰਦਿਆਂ ਨਿੱਕੇ-ਨਿੱਕੇ ਬੱਚਿਆਂ ਨੂੰ ਸੰਸਕ੍ਰਿਤ ਪੜ੍ਹਾਉਂਦਿਆਂ ਮੈਂ ਕਿਸੇ ਹੋਰ ਹੀ ਦੁਨੀਆ 'ਚ ਪਹੁੰਚ ਗਿਆ। ਮੇਰੀ ਉਹ ਜਮਾਤਨ ਕੁੜੀ ਇਰਮਾ ਸੀ। ਪੜ੍ਹਾਈ ਮੁਕਾ ਕੇ ਆਪਣੇ ਪਿੰਡ ਵਾਪਸ ਆ ਗਈ ਸੀ। ਉਹਨੇ ਵੀ ਉਸੇ ਸਕੂਲ 'ਚ ਜਰਮਨ ਭਾਸ਼ਾ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਸੀ। ਦੀਪਾਲੀ, ਮੈਂ ਤੇਰੇ ਕੋਲੋਂ ਕੁਛ ਵੀ ਨਹੀਂ ਛੁਪਾਉਂਦਾ। ਇਰਮਾ, ਜਿਸ ਨੂੰ ਹੁਣ ਮੈਂ ਪਰੀ ਆਖ ਕੇ ਬੁਲਾਉਂਦਾ ਸੀ, ਮੈਨੂੰ ਬੜੀ ਚੰਗੀ ਲੱਗਦੀ ਸੀ, ਜਿਵੇਂ ਹੁਣੇ-ਹੁਣੇ ਪਰੀਆਂ ਦੇ ਦੇਸ਼ 'ਚੋਂ ਆਈ ਹੋਵੇ। ਸੋਹਣੀ, ਸ਼ਾਂਤ, ਸਵੱਛ, ਸਾਊ। ਇੱਕ ਦਿਨ ਉਹਨੇ ਉਦਾਸ ਹੋ ਕੇ ਪੁੱਛਿਆ, ਪੜ੍ਹਾਈ ਮੁਕਾ ਕੇ ਕੀ ਤੂੰ ਆਪਣੇ ਦੇਸ਼ ਪਰਤ ਜਾਏਂਗਾ? ਮੈਂ ਆਖਿਆ, ਤੂੰ ਆਖੇਂਗੀ ਤਾਂ ਮੈਂ ਇੱਥੇ ਰਹਿ ਪਵਾਂਗਾ। ਮੇਰਾ ਜਵਾਬ ਸੁਣ ਕੇ ਉਹ ਖਿੜ-ਪੁੜ ਗਈ। ਉਹਨੇ ਉਹੀ ਗੱਲ ਆਪਣੇ ਘਰਦਿਆਂ ਨੂੰ ਦੱਸ ਦਿੱਤੀ। ਉਹ ਪਰੀ ਦਾ ਵਿਆਹ ਮੇਰੇ ਨਾਲ ਕਰਨਾ ਮੰਨ ਗਏ। ਹੁਣ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸੀ। ਮੈਂ ਪਰੀ ਨੂੰ ਆਖਿਆ, ਚੱਲ ਵਿਆਹ ਤੋਂ ਪਹਿਲਾਂ ਤੂੰ ਮੇਰਾ ਦੇਸ਼ ਦੇਖ ਆ ਤੇ ਘਰਦਿਆਂ ਨੂੰ ਵੀ ਮਿਲ ਆ। ਉਹ ਬਹੁਤ ਖੁਸ਼ ਹੋ ਗਈ। 3 ਹਫ਼ਤਿਆਂ ਦੀਆਂ ਛੁੱਟੀਆਂ ਲੈ ਕੇ ਅਸੀਂ ਇੰਡੀਆ ਆ ਗਏ। ਘਰ ਜਾਣ ਤੋਂ ਪਹਿਲਾਂ ਮੈਂ ਉਹਨੂੰ ਆਗਰੇ ਦਾ ਤਾਜ ਮਹਿਲ, ਅੰਮ੍ਰਿਤਸਰ ਦਾ ਗੋਲਡਨ ਟੈਂਪਲ, ਦਿੱਲੀ ਦਾ ਲੋਟਸ ਟੈਂਪਲ ਦਿਖਾ ਲਿਆਇਆ। ਉਹ ਹੈਰਾਨ ਹੋ ਕੇ ਦੇਖਦੀ ਤੇ ਮੈਨੂੰ ਆਖਦੀ, ਕਮਾਲ ਹੈ ਤੇਰਾ ਦੇਸ਼। ਉਹਨੂੰ ਮੈਂ ਨਿੱਕੀਆਂ-ਨਿੱਕੀਆਂ ਚੀਜ਼ਾਂ ਖਰੀਦ ਕੇ ਦਿੱਤੀਆਂ। ਨਿੱਕਾ ਜਿਹਾ ਬੁੱਧ ਦਾ ਸਟੈਚੂ, ਕ੍ਰਿਸ਼ਨ ਦੀ ਸੰਦਲ ਦੀ ਮੂਰਤੀ, ਸੁੱਚੇ ਰੇਸ਼ਮ ਦਾ ਸਕਾਰਫ। ਤੇ ਜਦੋਂ ਅਸੀਂ ਘਰ ਪਹੁੰਚੇ, ਘਰ ਮਹਿਮਾਨਾਂ ਨਾਲ ਭਰਿਆ ਸੀ। ਪਿਤਾ ਜੀ ਨੇ ਤੇ ਦੋਹਾਂ ਭਰਾਵਾਂ ਦੇ ਪਰਿਵਾਰਾਂ ਨੇ ਮੇਰੇ ਵਿਆਹ ਦੇ ਸਾਰੇ ਇੰਤਜ਼ਾਮ ਕੀਤੇ ਹੋਏ ਸਨ। ਪਰੀ ਨੂੰ ਮੈਂ ਇੱਕੋ ਗੱਲ ਸਮਝਾਈ ਸੀ ਕਿ ਸਿਰ ਨੰਗਾ ਨਾ ਕਰੇ, ਸਕਾਰਫ ਲਈ ਰੱਖੀ, ਵੱਡਿਆਂ ਦੇ ਪੈਰੀਂ ਹੱਥ ਲਾਉਂਦੀ ਰਹੀ। ਇਸ ਗੱਲ ਨੂੰ ਉਹਨੇ ਪੱਲੇ ਬੰਨ੍ਹ ਲਿਆ। ਜਿਉਂ-ਜਿਉਂ ਵੱਡਿਆਂ ਦੇ ਪੈਰੀਂ ਹੱਥ ਲਾਉਂਦੀ ਗਈ, ਘਰ ਜਿਵੇਂ ਅਸੀਸਾਂ ਤੇ ਖੁਸ਼ੀਆਂ ਨਾਲ ਭਰ ਗਿਆ। ਅਗਲੇ ਦਿਨ ਹਿੰਦੂ ਰਿਵਾਜ਼ਾਂ ਅਨੁਸਾਰ ਸਾਡਾ ਵਿਆਹ ਹੋ ਗਿਆ ਤੇ ਪਰੀ ਨੇ ਕਿਸੇ ਵੀ ਗੱਲ ਦਾ ਇਤਰਾਜ਼ ਨਾ ਕੀਤਾ, ਸਗੋਂ ਆਖਦੀ ਸੀ, ਹਰ ਗੱਲ ਰਿਕਾਰਡ ਕਰੀ ਜਾਓ। ਉਹਦੇ ਆਖਣ 'ਤੇ ਮੇਰੇ ਵੱਡੇ ਭਰਾ ਨੇ ਵਿਆਹ ਦੀ ਮੂਵੀ ਬਣਾਉਣ ਲਈ 2 ਫੋਟੋਗ੍ਰਾਫਰ ਬੁਲਾਏ। ਅਗਲੇ ਦਿਨ ਸਾਨੂੰ ਡਾਕਟਰ ਭਾਈ ਨੇ ਗੋਆ 'ਚ ਹੋਟਲ ਦੀ ਬੁਕਿੰਗ ਤੇ ਜਹਾਜ਼ ਦੀਆਂ ਟਿਕਟਾਂ ਫੜਾ ਕੇ ਹਨੀਮੂਨ 'ਤੇ ਜਾਣ ਲਈ ਭੇਜ ਦਿੱਤਾ।
10 ਦਿਨਾਂ ਮਗਰੋਂ ਅਨੇਕ ਤਰ੍ਹਾਂ ਦੇ ਤੋਹਫਿਆਂ ਨਾਲ ਇੱਕ ਅਟੈਚੀ ਕੇਸ ਭਰੀ ਤੇ ਦੂਜੇ ਅਟੈਚੀ ਕੇਸ ਹੋਰ ਸਮਾਨ ਪਾਈ ਦਿੱਲੀ ਲਈ ਰਵਾਨਾ ਹੋਏ। ਜਹਾਜ਼ ਤੇ ਦੂਜੇ ਦਿਨ ਚੜ੍ਹਨਾ ਸੀ। ਅਟੈਚੀ ਕੇਸ ਹੋਟਲ 'ਚ ਰੱਖ ਅਸੀਂ ਉਸ ਕਾਰੋਬਾਰੀ ਔਰਤ ਨੂੰ ਮਿਲਣ ਲਈ ਚਲੇ ਗਏ। ਜੇ ਉਹ ਜਰਮਨੀ ਨਾ ਭਿਜਵਾਉਂਦੀ ਤਾਂ ਇਸ ਵਿੱਚੋਂ ਕੁਝ ਵੀ ਨਹੀਂ ਸੀ ਹੋਣਾ। ਇਸ ਲਈ ਮੈਂ ਉਹਦਾ ਦਿਲੋਂ ਧੰਨਵਾਦੀ ਸੀ। ਮੈਂ ਉਸ ਲਈ ਜਰਮਨੀ ਤੋਂ ਮਹਿੰਗੇ ਤੋਹਫੇ ਵੀ ਲਿਆਇਆ ਸੀ। ਅਸੀਂ ਜਦੋਂ ਉਹਦੇ ਘਰ ਪਹੁੰਚੇ ਤਾਂ ਪਹਿਲਾਂ ਤਾਂ ਉਹ ਖੁਸ਼ ਹੋ ਗਈ, ਫਿਰ ਪਰੀ ਵੱਲ ਦੇਖ ਕੇ ਪੁੱਛਣ ਲੱਗੀ, ਇਹ ਕੁੜੀ ਕੌਣ ਹੈ? ਮੈਂ ਕਿਹਾ ਮੇਰੇ ਨਾਲ ਕੰਮ ਕਰਦੀ ਹੈ, ਇੰਡੀਆ ਦੇਖਣਾ ਚਾਹੁੰਦੀ ਸੀ। ਮੈਂ ਪੂਰਾ ਸੱਚ ਨਾ ਦੱਸ ਕੇ ਇੰਨਾ ਹੀ ਦੱਸਿਆ। ਉਹ ਇਹ ਸੁਣ ਕੇ ਸਹਿਜ ਹੋ ਗਈ। ਉਹ ਤੋਹਫੇ ਦੇਖ ਕੇ ਖੁਸ਼ ਹੋਈ। ਫਿਰ ਪੰਡਿਤ ਜੀ ਕਿੱਥੇ ਗੁੰਮ ਹੋ ਗਏ ਸੀ? ਉਹਨੇ ਚਾਹ ਪੀਂਦਿਆਂ ਪੁੱਛਿਆ। ਮੈਂ ਮਾਡਰਨ ਵਰਲਡ ਤੋਂ ਘਬਰਾ ਕੇ ਕੁਝ ਚਿਰ ਲਈ ਸੰਨਿਆਸ ਲੈ ਲਿਆ ਸੀ। ਕਿਸੇ ਪਿੰਡ 'ਚ ਜਾ ਕੇ ਇਕਾਂਤ 'ਚ ਬੈਠ ਕੇ ਧਿਆਨ ਕੀਤਾ ਤੇ ਆਪਣੇ ਖਿੰਡੇ ਹੋਏ ਸੈਲਫ ਨੂੰ ਇਕੱਠਾ ਕੀਤਾ। ਮੈਂ ਦੱਸਿਆ, ਹੁਣ ਤੇ ਆਪਣੇ ਆਪ ਕੋਲ ਵਾਪਸ ਆ ਗਏ ਹੋ ਪੰਡਿਤ ਜੀ। ਹੁਣ ਤਾਂ ਆਪਣੇ ਦੇਸ਼ ਨੂੰ ਦਗਾ ਨਾ ਦਿਓ। ਹੁਣ ਤੁਸੀਂ ਇੱਥੇ ਰਹਿ ਪਓ, ਨੌਕਰੀ ਤੁਹਾਨੂੰ ਮੈਂ ਲੈ ਦਿਆਂਗੀ। ਉਹਨੇ ਕਿਹਾ। ਇਸ ਕੁੜੀ ਦਾ ਕੀ ਕਰਾਂ? ਮੈਂ ਪੁੱਛਿਆ। ਉਹ ਬੋਲੀ, ਇਹਨੂੰ ਇਹਦੇ ਦੇਸ਼ ਛੱਡ ਆ। ਵਾਪਸ ਹੀ ਜਾ ਰਹੇ ਹਾਂ, ਕੱਲ੍ਹ ਨੂੰ ਸਾਡੀ ਫਲਾਈਟ ਹੈ। ਉਹਨੂੰ ਕੁਝ ਤਸੱਲੀ ਹੋ ਗਈ। ਉਹ ਪਰੀ ਨਾਲ ਹੱਸ-ਹੱਸ ਗੱਲਾਂ ਕਰਨ ਲੱਗ ਪਈ। ਉਸ ਰਾਤ ਉਹਨੇ ਸਾਨੂੰ ਹੋਟਲ ਵਾਪਸ ਨਾ ਆਉਣ ਦਿੱਤਾ। ਬਹੁਤ ਜ਼ੋਰ ਲਾ ਕੇ ਉਹਨੇ ਆਪਣੇ ਘਰ ਹੀ ਰੱਖ ਲਿਆ। ਰਾਤ ਨੂੰ ਮੈਂ ਗੈਸਟ ਰੂਮ 'ਚ ਸੁੱਤਾ ਤੇ ਪਰੀ ਨੂੰ ਉਹਨੇ ਆਪਣੇ ਕੋਲ ਹੀ ਸੁਲਾ ਲਿਆ। ਪਤਾ ਨਹੀਂ ਕਿਉਂ ਰਾਤ ਭਰ ਮੈਨੂੰ ਤੌਖਲਾ ਜਿਹਾ ਲੱਗਿਆ ਰਿਹਾ। ਮੈਂ ਪਰੀ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਸਾਡੇ ਸਬੰਧਾਂ ਬਾਰੇ ਇਸ ਔਰਤ ਕੋਲ ਕੋਈ ਗੱਲ ਨਾ ਕਰੇ। ਸਵੇਰੇ ਉਸ ਔਰਤ ਨੇ ਬ੍ਰੈਕਫਾਸਟ ਕਰਵਾ ਕੇ ਸਾਨੂੰ ਖੁਸ਼ੀ-ਖੁਸ਼ੀ ਵਿਦਾ ਕੀਤਾ। ਦੁਪਹਿਰ ਵੇਲੇ ਸਾਡੀ ਫਲਾਈਟ ਸੀ। ਅਸੀਂ ਜਲਦੀ ਏਅਰਪੋਰਟ 'ਤੇ ਆ ਗਏ। ਇੱਥੇ ਪਹੁੰਚ ਕੇ ਮੇਰੇ ਉੱਪਰੋਂ ਜਿਵੇਂ ਮਨਾਂ ਮੂੰਹ ਭਾਰ ਲੈ ਗਿਆ ਹੋਵੇ ਤੇ ਮੈਨੂੰ ਪੂਰਾ ਸਾਹ ਆਉਣ ਲੱਗ ਪਿਆ ਹੋਵੇ। ਪਰੀ ਦੇ ਪਿੰਡ ਪਹੁੰਚ ਕੇ ਅਸੀਂ ਵਿਆਹ ਦੀ ਖਬਰ ਦਿੱਤੀ। ਪਰੀ ਨੇ ਇੱਕ-ਇੱਕ ਕਰਕੇ ਸਾਰੇ ਤੋਹਫੇ ਦਿਖਾਏ ਜੋ ਉਹਨੂੰ ਵਿਆਹ 'ਚ ਮਿਲੇ ਸੀ। ਦੂਜੇ ਦਿਨ ਅਸੀਂ ਵਿਆਹ ਦੀ ਪਾਰਟੀ ਦਿੱਤੀ। ਵਿਆਹ ਵਾਲੇ ਜੋੜੇ 'ਚ ਪਰੀ ਸੱਚਮੁੱਚ ਦੀ ਪਰੀ ਲੱਗ ਰਹੀ ਸੀ। ਪਰੀ ਨੂੰ ਡਰਿੰਕ ਜਾਂ ਸਮੋਕ ਕਰਨਾ ਪਸੰਦ ਨਹੀਂ ਸੀ, ਪਰ ਉਸ ਸ਼ਾਮ ਮੇਰੀ ਬਾਂਹ 'ਚ ਬਾਂਹ ਪਾਈ ਤੇ ਦੂਜੇ ਹੱਥ 'ਚ ਵਾਈਨ ਵਾਲਾ ਕ੍ਰਿਸਟਲ ਦਾ ਗਲਾਸ ਫੜੀ ਮੰਦ-ਮੰਦ ਮੁਸਕਰਾਉਂਦੀ ਉਹ ਮੈਨੂੰ ਸਾਰੇ ਲੋਕਾਂ ਨਾਲ ਮਿਲਾ ਰਹੀ ਸੀ ਤੇ ਸਭ ਲੋਕ ਉਹਨੂੰ ਵਧਾਈਆਂ ਦੇ ਰਹੇ ਸਨ। ਸਭ ਕਾਸੇ ਲਈ ਮੈਂ ਰੱਬ ਦਾ ਧੰਨਵਾਦ ਕੀਤਾ। ਪਰੀ ਦੇ ਪਾਪਾ ਨੇ ਚੁੱਖੀ ਜ਼ਮੀਨ ਸਾਨੂੰ ਖੇਤੀ ਕਰਨ ਲਈ ਦੇ ਦਿੱਤੀ, ਜਿਸ ਵਿੱਚ ਅਨੇਕਾਂ ਫਲਾਂ ਦੇ ਬੂਟੇ ਵੀ ਲੱਗੇ ਹੋਏ ਸਨ। ਅਸੀਂ ਦੋਵੇਂ ਦਿਨੇ ਸਕੂਲ ਪੜ੍ਹਾਉਂਦੇ, ਆਥਣ ਸਵੇਰ ਆਪਣੇ ਖੇਤਾਂ 'ਚ ਕੰਮ ਕਰਦੇ ਤੇ ਮਗਰੋਂ ਚੌਖੀ ਰਾਤ ਪੜ੍ਹਨ ਲਿਖਣ 'ਚ ਬਿਤਾਉਂਦੇ। ਸਾਡੇ ਵਰਗਾ ਹੀ ਪੜ੍ਹਨ ਲਿਖਣ ਤੇ ਖੇਤੀ ਦਾ ਸ਼ੌਕੀਨ ਫਰੇਜ਼ਰ ਨਾਂ ਦਾ ਇੱਕ ਬੰਦਾ ਸਾਡੇ ਨਾਲ ਰਲ ਗਿਆ, ਜਿਹੜਾ ਆਖਦਾ ਸੀ ਕਿ ਮੈਂ ਘਰ ਗ੍ਰਸਤ ਦੇ ਬੰਧਨਾਂ ਤੋਂ ਮੁਕਤ ਨਿਰੋਲ ਫਰੇਜ਼ਰ ਬਣ ਕੇ ਜਿਉਣਾ ਚਾਹੁੰਦਾ। ਖੇਤ 'ਚ ਬਣਿਆ ਕਮਰਾ, ਕੱਪੜਿਆਂ ਦੇ 2 ਜੋੜੇ, ਕੁਝ ਕਿਤਾਬਾਂ ਤੇ ਗਿਟਾਰ, ਉਹਦਾ ਇਹੀ ਸਾਰਾ ਸੰਸਾਰ ਸੀ। ਉਹ ਆਖਦਾ ਸੀ ਕਿ ਹਿਟਲਰ ਦੇ ਹੋਲੋਕਾਸਟ ਦੀਆਂ ਕਹਾਣੀਆਂ ਸੁਣ ਕੇ ਤਸਵੀਰਾਂ ਦੇ ਦੇਖ ਜ਼ਿੰਦਗੀ ਦੇ ਕੋਈ ਅਰਥ ਹੀ ਨਹੀਂ ਰਹਿ ਗਏ। ਉਹ ਮੇਰੇ ਤੇ ਪਰੀ ਨਾਲ ਖੇਤਾਂ 'ਚ ਕੰਮ ਕਰਵਾਉਂਦਾ, ਰਾਤ ਨੂੰ ਆਪਣੀ ਗਿਟਾਰ ਵਜਾਉਂਦਾ, ਕਦੇ-ਕਦੇ ਕੁਝ ਪੜ੍ਹ ਲੈਂਦਾ ਜਾਂ ਡਾਇਰੀ 'ਚ ਲਿਖ ਲੈਂਦਾ। ਪਰੀ ਦੇ ਮਾਪਿਆਂ ਨੇ ਮੇਰੇ ਵਾਂਗ ਹੀ ਫਰੇਜ਼ਰ ਨੂੰ ਘਰ ਦਾ ਮੈਂਬਰ ਸਵੀਕਾਰ ਕਰ ਲਿਆ ਸੀ। ਉਹਦੀ ਕਿਸੇ ਵੀ ਗੱਲ 'ਤੇ ਕਿੰਤੂ ਪਰੰਤੂ ਨਾ ਕੀਤਾ ਜਾਂਦਾ। ਉਹਨਾਂ ਨੂੰ ਪਤਾ ਸੀ ਫਰੇਜ਼ਰ ਦੇ ਮਾਪੇ ਹਿਟਲਰ ਨੇ ਗੈਸ ਚੈਂਬਰ 'ਚ ਸੁੱਟਵਾ ਕੇ ਮਾਰ ਦਿੱਤੇ ਸਨ। ਉਹ ਪਤਾ ਨਹੀਂ ਕਿਵੇਂ ਕਿਸੇ ਖੇਤ 'ਚ ਖੋ ਗਿਆ ਸੀ। ਕਿਸੇ ਗਰੀਬ ਸੁਆਣੀ ਨੇ ਅਨਾਥ ਤੇ ਗਰੀਬ ਬੱਚਾ ਦੇਖ ਆਪਣੇ ਬੱਚਿਆਂ ਦੇ ਨਾਲ ਹੀ ਘਰ 'ਚ ਰੱਖ ਲਿਆ ਸੀ। ਬਾਕੀ ਵਰ੍ਹੇ ਕਿਵੇਂ ਲੰਘੇ ਕੁਝ ਯਾਦ ਨਹੀਂ ਸੀ, ਨਾ ਹੀ ਉਹ ਕੁਝ ਯਾਦ ਕਰਨਾ ਚਾਹੁੰਦਾ ਸੀ। ਖੇਤਾਂ ਵਿਚਲਾ ਇਹ ਕਮਰਾ, ਰੁੱਖ ਬੂਟੇ, ਖੇਤੀਬਾੜੀ, ਮੈਂ ਤੇ ਪਰੀ, ਹੁਣ ਇਹੀ ਉਹਦੀ ਸਾਰੀ ਦੌਲਤ ਸੀ। ਉਹਨੂੰ ਕਈ ਭੁੱਲ ਗਿਆ ਸੀ ਸੁੱਖ ਦੁੱਖ ਕੀ ਹੁੰਦਾ ਹੈ। ਦੀਪਾਲੀ, ਪਤਾ ਨਹੀਂ ਮੈਂ ਸਭ ਕੁਝ ਤੈਨੂੰ ਕਿਉਂ ਦੱਸ ਰਿਹਾ। ਅਗਲੇ ਵਰ੍ਹੇ ਖੂਬਸੂਰਤ ਸੁਪਨੇ ਵਾਂਗ ਲੰਘੇ। ਪਰੀ ਮੈਨੂੰ ਬੱਦਲਾਂ 'ਚ ਉਡਾ ਕੇ ਲੈ ਜਾਂਦੀ, ਕਦੇ ਸਵਿਟਜ਼ਰਲੈਂਡ ਦੇ ਖੂਬਸੂਰਤ ਬਾਗਾਂ 'ਚ, ਕਦੇ ਅਮਰੀਕਾ ਦੇ ਨਿਆਗਰਾ ਫਾਲਸ ਕੋਲ ਡਿੱਗਦੇ ਅਥਾਹ ਪਾਣੀਆਂ ਰਾਹੀਂ ਕੁਦਰਤ ਦੀ ਵਿਸ਼ਾਲਤਾ ਦਾ ਅਨੁਭਵ ਕਰਾ ਦਿੰਦੀ। ਕਦੇ ਅਸੀਂ ਬੂਟੇ ਗੁੱਡਦੇ, ਖੇਤ ਸਿੰਜਦੇ, ਫਲ ਤੋੜਦੇ, ਇਉਂ ਕੰਮੀ ਲੱਗੇ ਰਹਿੰਦੇ। ਪਰੀ ਦੀ ਮਾਂ ਜਦੋਂ ਗਊਆਂ ਚੋਂਦੀ ਤਾਂ ਸਾਨੂੰ ਭਰ ਗਿਲਾਸ ਦੁੱਧ ਦੇ ਦਿੰਦੀ। ਮੇਰੇ ਜਿੱਡਾ ਹੀ ਸੀ ਫਰੇਜ਼ਰ। ਫਿਰ ਸਾਡੇ 2 ਬੱਚੇ ਹੋ ਗਏ, ਇੱਕ ਮੁੰਡਾ ਤੇ ਇੱਕ ਕੁੜੀ। ਪਰੀ ਪ੍ਰੇਮਿਕਾ ਤੋਂ ਪਤਨੀ, ਪਤਨੀ ਤੋਂ ਮਾਂ ਬਣਨ ਪਿੱਛੋਂ ਹੋਰ ਵੀ ਸੋਹਣੀ ਹੋ ਗਈ ਸੀ। ਚੰਨ ਤਾਰੇ ਜ਼ਮੀਨ 'ਤੇ ਉਤਰ ਜਿਵੇਂ ਖੇਡਣ ਆਉਂਦੇ। ਨਿੱਕੇ-ਨਿੱਕੇ ਪੰਛੀ ਖੇਤਾਂ ਵਿੱਚੋਂ ਉੱਡੇ ਫਿਰਦੇ। ਵਕਤ ਗੁਜ਼ਰਦਾ ਜਾ ਰਿਹਾ ਸੀ। ਫਿਰ ਇੱਕ ਦਿਨ ਪਰੀ ਕਾਲਜਾ ਫੜ ਕੇ ਬੈਠ ਗਈ। ਉਹ ਰੋਂਦੇ ਆਖਦੀ ਸੀ ਕਿ ਮਘਦਾ ਹੋਇਆ ਲਾਲ ਕੋਲਾ ਜਿਵੇਂ ਕਿਸੇ ਪ੍ਰੇਤ ਆਤਮਾ ਨੇ ਉਹਦੀਆਂ ਆਂਦਰਾਂ 'ਚ ਰੱਖ ਦਿੱਤਾ ਹੋਵੇ।
ਬੜੀ ਪੀੜ ਹੁੰਦੀ ਹੈ। ਰਾਹੁਲ, ਮੈਂ ਮਰਨਾ ਨਹੀਂ ਚਾਹੁੰਦੀ। ਹੈ ਕਮਲੀ, ਮੈਂ ਤੈਨੂੰ ਮਰਨ ਦਿੰਦਾ? ਮੈਂ ਇਹ ਆਖ ਤਾਂ ਦਿੱਤਾ, ਪਰ ਵਿੱਚੋਂ ਮੈਂ ਬਹੁਤ ਡਰ ਗਿਆ ਸੀ। ਅਗਲੇ ਦਿਨ ਅਸੀਂ ਸ਼ਹਿਰ ਆਏ, ਡਾਕਟਰ ਨੂੰ ਮਿਲੇ, ਟੈਸਟ ਕਰਵਾਏ। ਉਹਨੂੰ ਕੈਂਸਰ ਹੋ ਗਿਆ ਸੀ। ਉਹਦੇ ਮਾਂ-ਬਾਪ ਨੇ ਇਲਾਜ 'ਤੇ ਬਹੁਤ ਜ਼ੋਰ ਲਾਇਆ। ਮੈਂ ਰੱਬ ਦੇ ਬਹੁਤ ਤਰਲੇ ਕੀਤੇ। ਅਜੇ 3 ਮਹੀਨੇ ਵੀ ਨਹੀਂ ਸੀ ਹੋਏ ਜਦੋਂ ਇੱਕ ਦਿਨ ਪਰੀ ਦੇ ਮਾਤਾ-ਪਿਤਾ ਖਬਰ ਲੈ ਕੇ ਤੇ ਬੱਚੇ ਉਸ ਨਾਲ ਮਿਲਾ ਕੇ ਪਿੰਡ ਚਲੇ ਗਏ ਸਨ। ਤਾਂ ਪਰੀ ਨੇ ਮੇਰਾ ਹੱਥ ਫੜ ਕੇ ਭਰੀਆਂ ਅੱਖਾਂ ਨਾਲ ਆਖਿਆ, ਰਾਹੁਲ, ਮੈਨੂੰ ਮਾਫ਼ ਕਰ ਦੇ, ਮੈਂ ਜਾ ਰਹੀ ਹਾਂ। ਮੈਂ ਉਹਦਾ ਹੱਥ ਜ਼ੋਰ ਨਾਲ ਘੁੱਟ ਲਿਆ। 2 ਹੰਝੂ ਉਹਦੀਆਂ ਅੱਖਾਂ 'ਚ ਆਏ, ਫਿਰ ਉੱਥੇ ਹੀ ਰੁਕ ਗਏ। ਪਰੀ ਖਤਮ ਹੋ ਗਈ ਸੀ। ਸਫੇਦ ਚਾਦਰ 'ਚ ਵਲੇਟੀ ਉਹ ਮੇਰੇ ਕੋਲ ਪਈ ਸੀ। ਮੈਂ ਉਹਦੇ ਕੋਲ ਬੈਠਾ ਉਸ ਵੱਲ ਦੇਖੀ ਜਾ ਰਿਹਾ ਸੀ। ਉਸ ਤੋਂ ਮਗਰੋਂ 5 ਵਰ੍ਹੇ ਮੈਂ ਸਿਰ ਸੁੱਟੀ ਇਸ ਮੁਲਕ ਦੀਆਂ ਸੜਕਾਂ, ਖੇਤਾਂ, ਪਗਡੰਡੀਆਂ ਉੱਤੇ ਬੇਮਤਲਬ ਤੁਰਦਾ ਰਿਹਾ। ਲੱਗਦਾ ਸੀ ਪਰੀ ਕਿਤੇ ਨਾ ਕਿਤੇ ਮਿਲ ਜਾਏਗੀ, ਪਰ ਇਉਂ ਨਹੀਂ ਹੋਇਆ। ਦੀਪਾਲੀ, ਤੈਨੂੰ ਦੱਸਣਾ ਚਾਹੁੰਦਾ, ਸ਼ਾਇਦ ਪੁੱਛਣਾ ਚਾਹੁੰਦਾ ਕਿ ਦੀਪਾਲੀ, ਹੁਣ ਮੈਂ ਕੀ ਕਰਾਂ? ਪਰੀ ਦੇ ਫੁੱਲਾਂ ਵਰਗੇ ਬੱਚੇ ਉਹਨਾਂ ਦੇ ਨਾਨਾ-ਨਾਨੀ ਨੇ ਸੰਭਾਲ ਲਏ। ਇੱਧਰਲੇ ਲੋਕ ਜਜ਼ਬਾਤੀ ਹੋਣ ਦੀ ਥਾਂ ਵਧੇਰੇ ਕਰਕੇ ਦਿਮਾਗ ਤੋਂ ਕੰਮ ਲੈਂਦੇ ਨੇ। ਇਸੇ ਕਰਕੇ ਉਹਨਾਂ ਨੇ ਪਰੀ ਦੇ ਦੁੱਖ ਤੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ। 5 ਵਰ੍ਹੇ ਹੋ ਗਏ ਨੇ, ਜ਼ਿੰਦਗੀ ਦਾ ਸਿਰਾ ਨਹੀਂ ਮੈਨੂੰ ਮਿਲ ਰਿਹਾ। ਜਿਸ ਥਾਂ 'ਤੇ ਬਕਸੇ ਪਾ ਕੇ ਪਰੀ ਨੂੰ ਦਫਨਾਇਆ ਗਿਆ ਸੀ, ਮੈਂ ਉੱਥੇ ਕਈ ਵਾਰ ਗਿਆ ਸੀ। ਪਰੀ ਨਾਲ ਵੀ ਗੱਲਾਂ ਕਰਦਾ ਰਿਹਾ, ਉਹ ਤੋਂ ਪੁੱਛਦਾ ਵੀ ਰਿਹਾ, ਪਰੀ ਮੈਂ ਕੀ ਕਰਾਂ? ਉਹ ਕੋਈ ਉੱਤਰ ਨਹੀਂ ਦਿੰਦੀ। ਤੇ ਫਿਰ ਇੱਕ ਦਿਨ ਪਰੀ ਦੀਆਂ ਆਂਦਰਾਂ ਵਾਲਾ ਮਗਦਾ ਲਾਲ ਫੋੜਾ ਮੇਰੇ ਗਲੇ 'ਚ ਆ ਬੈਠਾ। ਮੈਨੂੰ ਪਤਾ ਸੀ ਇਹ ਉਹੀ ਲਾਲ ਵੱਧਦਾ ਫੋੜਾ ਹੈ ਜਿਹੜਾ ਪਰੀ ਨੂੰ ਮੇਰੇ ਤੋਂ ਖੋਹ ਕੇ ਲੈ ਗਿਆ ਸੀ। ਫਿਰ ਵੀ ਮੈਂ ਡਾਕਟਰ ਤੋਂ ਪੁੱਛਣ ਗਿਆ। ਚੈੱਕ ਕਰਨ ਮਗਰੋਂ ਉਹਨੇ ਦੱਸਿਆ ਕਿ ਤੁਹਾਡਾ ਅੰਦਾਜ਼ਾ ਠੀਕ ਹੈ, ਤੁਹਾਨੂੰ ਕੈਂਸਰ ਹੋ ਗਿਆ। ਮੈਨੂੰ ਪਤਾ ਮੇਰੇ ਕੋਲ ਵੀ 3 ਮਹੀਨੇ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਤਾਂ ਭੁੱਲ ਗਿਆ। ਮੈਂ ਤੇ ਪਰੀ ਨੇ ਰਲ ਕੇ ਪਿਤਾ ਜੀ ਦੀਆਂ ਹੋਰ ਪੁਸਤਕਾਂ, ਜੋ ਉਹਨਾਂ ਨੇ ਸੰਸਕ੍ਰਿਤ ਦੇ ਵੱਡੇ ਵਿਦਵਾਨ ਹੋਣ ਕਰਕੇ ਪੁਰਾਤਨ ਸੰਸਕ੍ਰਿਤ ਦੇ ਗ੍ਰੰਥਾਂ ਨੂੰ ਰੀਇੰਟਰਪ੍ਰੇਟ ਕੀਤਾ ਸੀ, ਉਹਨਾਂ ਨੂੰ ਜਰਮਨ ਭਾਸ਼ਾ 'ਚ ਉਲਥਾ ਕੇ ਇੱਧਰ ਛਾਪਿਆ। ਬੜੀ ਮਾਨਤਾ ਹੋਈ ਉਹਨਾਂ ਪੁਸਤਕਾਂ ਦੀ, ਬੜੀਆਂ ਹੀ ਵਿਕੀਆਂ, ਬੜੇ ਪੈਸੇ ਆਏ। ਪਿਤਾ ਜੀ ਨੂੰ ਜਦੋਂ ਅਸੀਂ ਵੱਡੇ ਵੱਡੇ ਚੈੱਕ ਭੇਜੇ, ਉਹ ਖੁਸ਼ੀ 'ਚ ਫੁੱਲੇ ਨਹੀਂ ਸੀ ਸਮਾਉਂਦੇ। ਉਹ ਹਰੇਕ ਆਏ ਗਏ ਨੂੰ ਮੇਰੀਆਂ ਤੇ ਪਰੀ ਦੀਆਂ ਤਸਵੀਰਾਂ ਦਿਖਾਉਂਦੇ ਰਹਿੰਦੇ ਸਨ। ਸਾਡੇ ਭੇਜੇ ਪੈਸਿਆਂ ਨਾਲ ਉਹਨਾਂ ਨੇ ਸੰਸਕ੍ਰਿਤ ਵਿਦਿਆਲਾ ਵੀ ਖੋਲ੍ਹ ਦਿੱਤਾ, ਜਿੱਥੇ ਨਾ ਸਿਰਫ ਸੰਸਕ੍ਰਿਤ ਪੜ੍ਹਾਈ ਜਾਂਦੀ ਸੀ, ਲੋਕਾਂ ਨੂੰ ਉਹਨਾਂ ਦੀਆਂ ਜੜ੍ਹਾਂ ਨਾਲ ਜੋੜ ਕੇ ਜ਼ਿੰਦਗੀ ਦੇ ਅਰਥ ਵੀ ਸਮਝਾਏ ਜਾਂਦੇ ਸੀ। ਇਹ ਵਿਦਿਆਲਾ ਬਹੁਤ ਪਾਪੂਲਰ ਹੋ ਰਿਹਾ ਹੈ। ਦੂਜੇ ਸਬਜੈਕਟ ਪੜ੍ਹਦੇ ਬੱਚੇ ਵੀ ਇਸ ਵਿਦਿਆਲੇ ਦੇ ਸਪੈਸ਼ਲ ਕੋਰਸ ਕਰਨ ਆ ਜਾਂਦੇ ਨੇ। ਪਿਤਾ ਜੀ ਨੇ ਇੱਕ ਬਿਰਧ ਆਸ਼ਰਮ ਵੀ ਬਣਾ ਦਿੱਤਾ ਹੈ। ਪਿਛਲੇ ਸਾਲ ਪਿਤਾ ਜੀ ਨੇ ਸੁਣਿਆ ਕਿ ਜਲੇਬੀਆਂ ਦਾ ਜੱਗ ਵੀ ਕੀਤਾ ਸੀ, ਜਿਸ 'ਚ ਉਹਨਾਂ ਨੇ 20 ਪੀਪੇ ਘੀ ਤੇ 20 ਕੁਇੰਟਲ ਖੰਡ ਲਾ ਦਿੱਤੀ ਸੀ। ਆਪਣੇ ਵਿਦਿਆਲੇ 'ਚ ਪਿਤਾ ਜੀ ਨੇ ਜਰਮਨ ਭਾਸ਼ਾ ਪੜ੍ਹਾਉਣ ਵਾਲਾ ਪ੍ਰੋਫੈਸਰ ਵੀ ਰੱਖ ਲਿੱਤਾ, ਤਾਂ ਜੋ ਜਿਹੜੇ ਵਿਦਿਆਰਥੀ ਅੱਗੋਂ ਜਰਮਨ ਜਾ ਕੇ ਪੜ੍ਹਨਾ ਚਾਹੁਣ ਤਾਂ ਕੋਈ ਮੁਸ਼ਕਿਲ ਨਾ ਆਏ। ਮਾਂ ਮੇਰੀ ਬਾਰੇ ਸੁਣਿਆ, ਉਹ ਹੁਣ ਹਰ ਸਾਲ ਗੰਗਾ ਇਸ਼ਨਾਨ ਲਈ ਚਲੀ ਜਾਂਦੀ ਹੈ ਅਤੇ ਉੱਥੇ ਜਾ ਕੇ ਪੁੰਨ ਦਾਨ ਵੀ ਕਰਦੀ ਸੀ, ਕਿਉਂਕਿ ਹੁਣ ਇਹ ਗੱਲਾਂ ਉਹਦੀ ਪਹੁੰਚ ਵਿੱਚ ਸਨ। ਦੀਪਾਲੀ, ਸੁਣਿਆ ਤੂੰ ਪ੍ਰੋਫੈਸਰ ਬਣ ਗਈ ਹੈ। ਚਾਹੁੰਦਾ ਸੀ ਕਿ ਤੂੰ ਸਾਡੇ ਕੋਲ ਕਦੀ ਆਈ, ਪਰ ਜ਼ਿੰਦਗੀ ਧੋਖਾ ਦੇ ਗਈ। ਫਰੈਜ਼ਰ ਵੀ ਪਤਾ ਨਹੀਂ ਕਿੱਥੇ ਚਲਾ ਗਿਆ। ਜਦੋਂ ਪਰੀ ਹਸਪਤਾਲ ਵਿੱਚ ਸੀ, ਉਦੋਂ ਹੀ ਉਹ ਕਿਧਰੇ ਚਲਾ ਗਿਆ ਸੀ। ਸ਼ਾਇਦ ਉਹ ਪਰੀ ਦੀ ਮੌਤ ਦੀ ਖਬਰ ਨਹੀਂ ਸੀ ਸੁਣਨਾ ਚਾਹੁੰਦਾ। ਦੀਪਾਲੀ, ਮੈਂ ਤੇਰੇ ਲਈ ਕ੍ਰਿਸਟਲ ਦਾ ਕੈਂਡਲ ਸਟੈਂਡ ਖਰੀਦ ਕੇ ਲਿਆਇਆ, ਇਹ ਸੋਚ ਕੇ ਕਿ ਆਪਣੇ ਘਰ 'ਚ ਰੱਖ ਕੇ ਜਦੋਂ ਤੂੰ ਕੈਂਡਲ ਜਲਾਇਆ ਕਰੇਂਗੀ ਤਾਂ ਤੇਰਾ ਘਰ ਰੌਸ਼ਨ ਹੋ ਜਾਇਆ ਕਰੇਗਾ। ਇਸ ਕੈਂਡਲ ਸਟੈਂਡ ਨੂੰ ਡੱਬੇ 'ਚ ਪਾ ਕੇ ਨਾਲ ਹੀ ਇਹ ਚਿੱਠੀ ਪਾ ਕੇ ਪੈਕ ਕਰਕੇ ਉੱਪਰ ਤੇਰਾ ਸਿਰਨਾਮਾ ਲਿਖ ਕੇ ਰੱਖ ਦਿਆਂਗਾ। ਕੱਲ੍ਹ ਨੂੰ ਵੱਡੇ ਭਾਈ ਸਾਹਿਬ ਜਿਹੜੇ ਡਾਕਟਰ ਨੇ ਉਹ ਆ ਰਹੇ ਨੇ, ਉਹਨਾਂ ਨੂੰ ਆਖਾਂਗਾ ਇਸ ਪਾਰਸਲ ਨੂੰ ਡਾਕਖਾਨੇ ਜਾ ਕੇ ਦੇ ਆਓ। ਰਾਹੁਲ। ਚਿੱਠੀ ਪੜ੍ਹ ਕੇ ਦੀਪਾਲੀ ਨੇ ਚੂਰਾ ਚੂਰਾ ਹੋਏ ਕੈਂਡਲ ਸਟੈਂਡ ਨੂੰ ਮੁੜ ਛੋਹਿਆ ਤੇ ਰੋ ਪਈ। ਪਾਰਸਲ ਦੇ ਨਾਲ ਇੱਕ ਛੋਟੀ ਜਿਹੀ ਚਿੱਠੀ ਸੀ, ਜਿਹੜੀ ਰਾਹੁਲ ਦੇ ਡਾਕਟਰ ਭਰਾ ਵੱਲੋਂ ਸੀ। ਉਹਨੇ ਲਿਖਿਆ ਸੀ ਕਿ ਦੀਪਾਲੀ ਭੈਣ, ਕੱਲ੍ਹ ਰਾਤ ਬਹੁਤ ਦੇਰ ਤੱਕ ਰਾਹੁਲ ਮੇਰੇ ਨਾਲ ਗੱਲਾਂ ਕਰਦਾ ਰਿਹਾ। ਫਿਰ ਉਹਨੇ ਦੱਸਿਆ ਕਿ ਸਾਡੀ ਦੀਪਾ ਜਿਹੜੀ ਬਚਪਨ 'ਚ ਮਰ ਗਈ ਸੀ, ਉਹੀ ਦੀਪਾਲੀ ਹੈ। ਉਹਦਾ ਪੈਕ ਕਰਕੇ ਰੱਖਿਆ ਪਾਰਸਲ ਮੈਂ ਡਾਕਖਾਨੇ ਪੋਸਟ ਕਰ ਦਿੱਤਾ ਹੈ। ਕੱਲ੍ਹ ਰਾਤ ਹੀ ਰਾਹੁਲ ਗੱਲਾਂ ਕਰਦਾ ਆਖਣ ਲੱਗਾ ਕਿ ਹੁਣ ਮੈਂ ਥੱਕ ਗਿਆ, ਬਾਕੀ ਗੱਲਾਂ ਕੱਲ੍ਹ ਕਰਾਂਗੇ, ਅਤੇ ਉਹ ਚੁੱਪ ਕਰ ਗਿਆ। ਪਰ ਕੱਲ੍ਹ ਤਾਂ ਆਈ ਨਹੀਂ, ਉਹ ਸਵੇਰ ਹੋਣ ਤੋਂ ਪਹਿਲਾਂ ਹੀ ਗੁਜ਼ਰ ਗਿਆ। ਦੀਪਾਲੀ ਭੈਣ, ਮੈਂ ਕਦੇ ਤੈਨੂੰ ਮਿਲਣ ਆਵਾਂਗਾ, ਆਪਾਂ ਦੋਵੇਂ ਮਿਲ ਕੇ ਰੋਵਾਂਗੇ। ਹੇਮੰਤ। ਧੰਨਵਾਦ।